ਜਿਹੜੀ ਕੁੜੀਆਂ ਰਾਤ ਨੂੰ ਕੰਮ ਕਰ ਰਹੀਆਂ ਲੇਟ ਨਾਈਟ ਕਾਲ ਸੈਂਟਰਸ 'ਚ ਜੋ ਵੀ ਕੰਪਨੀ ਹੈ ਜਿਹਦਾ ਲੇਟ ਨਾਈਟ ਸ਼ਿਫਟ ਚੱਲ ਰਹੀ ਹੈ ਜਿੱਥੇ ਫੀਮੇਲ ਸਟਾਫ ਵੀ ਰਿਕਰੂਟਡ ਹੈ ਫੀਮੇਲ ਸਟਾਫ ਵੀ ਕੰਮ ਕਰ ਰਿਹਾ ਉਹਨਾਂ ਦਾ ਪਿਕ ਤੇ ਡ੍ਰੌਪ ਫੈਸਿਲਿਟੀ ਉਹਨਾਂ ਨੂੰ ਘਰੋਂ ਲੈਣਾ ਤੇ ਘਰ ਛੱਡਣ ਦੀ ਫੈਸਿਲਿਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਕੰਪਨੀ ਜਿਹੜੀ ਹੈ ਉਹ ਆਪਣੇ ਉੱਤੇ ਲਏਗੀ ਇੱਕ ਆਰਡਰ ਹੈ ਜੋ ਫੋਲੋ ਕੰਪਲਸਰੀਲੀ ਕਰਨਾ ਪਏਗਾ ਕੰਪਨੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੇ ਉਹ ਆਪਦਾ ਫਾਇਦਾ ਦੇਖਦੀਆਂ ਨੇ ਦੂਜੇ ਤੱਕ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਇਹ ਵੀ ਬਹੁਤ ਕਲੀਅਰਲੀ ਲਿਖਿਆ ਹੋਇਆ ਕਿ ਜੇ ਤਾਂ ਮੋੜ ਤੇ ਛੱਡਣਾ ਪੈ ਰਿਹਾ ਹੈ ਜੇ ਉਹਦੇ ਬਿਲਕੁਲ ਘਰ ਦੇ ਸਾਹਮਣੇ ਨਹੀਂ ਛੱਡ ਪਾ ਰਹੇ ਹੋ ਤਾਂ ਇੱਕ ਸਿਕਿਉਰਿਟੀ ਪਰਸਨਲ ਜਾਂ ਇੱਕ ਮੇਲ ਮੈਂਬਰ ਕੁੜੀ ਨੂੰ ਉੱਤਰ ਕੇ ਉਸ ਦੇ ਘਰ ਦੇ ਬਿਲਕੁਲ ਐਂਟਰੈਂਸ ਤੱਕ ਛੱਡ ਕੇ ਆਏਗਾ ਚਾਹੇ ਜਿੰਨੇ ਮਰਜ਼ੀ ਰੂਲ ਰੈਗੂਲੇਸ਼ਨ ਬਣਾ ਲਓ ਜਿੱਦ ਤੱਕ ਮਾਨਸਿਕਤਾ ਨਹੀਂ ਬਦਲੂਗੀ ਜਿਹੜਾ ਬੰਦਾ ਉਹਦੀ ਜਿੰਨੀ ਮਰਜ਼ੀ ਡਿਟੇਲ ਰੱਖ ਲਓ ਜੇ ਉਹਨੇ ਕ੍ਰਾਈਮ ਕਰਨਾ ਤਾਂ ਉਹਨੇ ਕਰਨਾ ਹੀ ਕਰਨਾ ਤੁਸੀਂ ਕਿਸੇ ਵੀ ਤਰੀਕੇ ਨਾਲ ਜੇ ਕੁੜੀ ਨਾਲ ਕਿਸੇ ਵੀ ਤਰ੍ਹਾਂ ਦੀ ਗਲਤ ਗੱਲ ਕਰ ਰਹੇ ਹੋ ਜਾਂ ਉਸ ਤੋਂ ਬਾਅਦ ਉਹਨੂੰ ਹਿਊਮਿਲੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਫॉर ਵਾਟਐਵਰ ਪਰਪਸ ਚਾਹੇ ਉਹ ਕੋਈ ਸੈਕਸ਼ੂਅਲ ਫੇਵਰ ਲਈ ਹੋਵੇ ਚਾਹੇ ਉਹ ਕਿਸੇ ਵੀ ਤਰੀਕੇ ਦੀ ਐਕਸਟੋਰਸ਼ਨ ਲਈ ਹੋਵੇ ਤੁਸੀਂ ਉਹ ਤੋਂ ਪੈਸੇ ਲੈਣਾ ਚਾਹ ਰਹੇ ਹੋ ਇਹਦੇ ਸਾਰੇ ਕ੍ਰਿਮੀਨਲ ਆਫੈਂਸਸ ਨੇ ਐਂਡ ਐਕਸ਼ਨ ਕੈਨ ਸਟ੍ਰਿਕਟ ਐਕਸ਼ਨ ਤੁਹਾਡੇ ਅਗੇਂਸਟ ਲਿੱਤਾ ਜਾ ਸਕਦਾ ਵੈਸੇ ਵੀ ਜਿਹੜੀਆਂ ਆਮ ਤੌਰ ਤੇ ਕੁੜੀਆਂ ਰਾਤ ਨੂੰ ਕੰਮ ਕਰਦੀਆਂ ਨੇ ਕੰਪਨੀ ਦਾ ਕਿੱਡਾ ਕੁ ਦੇਖਦੇ ਆਂ ਵੀ ਉਹਦੇ 'ਚ ਲਚਕੀਲਾਪਨ ਹੁੰਦਾ ਵੀ ਉਹਨਾਂ ਨੂੰ ਲੈ ਕੇ ਬਹੁਤਾ ਬੋਦਰ ਨਹੀਂ ਕਰਦੀਆਂ ਕਿ ਇਹਦੇ ਨਾਲ ਕੱਲ੍ਹ ਨੂੰ ਕੋਈ ਹਾਦਸਾ ਨਾ ਹੋ ਜਾਏ ਅਸੀਂ ਰਾਤ ਨੂੰ ਜਾ ਰਹੀ ਹੈ ਕੋਈ ਸ਼ਿਫਟ ਕਰ ਰਹੀ ਹੈ ਜੇ ਤੁਸੀਂ ਆਪਣੇ EMPLOYEE ਸੇਫਲੀ ਘਰ ਨਹੀਂ ਪਹੁੰਚਾ ਸਕਦੇ ਦੈਨ ਉਹਦਾ ਕੋਈ ਮਤਲਬ ਨਹੀਂ ਸਤਿ ਸ਼੍ਰੀ ਅਕਾਲ ਜੀ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਜੇ ਦੇਖੀਏ ਤਾਂ ਬਹੁਤ ਵਾਰੀ ਮਸਲੇ ਇਸ ਤਰ੍ਹਾਂ ਦੇ ਉੱਠ ਚੁੱਕੇ ਕਿਉਂਕਿ ਚਾਹੇ ਲੇਟ ਨਾਈਟ ਤੱਕ ਜੌਬ ਕਰਦੀਆਂ ਨੇ ਜਾਂ ਫਿਰ ਕਿਹਾ ਜਾਵੇ ਕਿ ਆਖਰਕਾਰ ਉਹਨਾਂ ਦੇ ਉੱਥੇ ਸੋਸ਼ਲ ਸਿਕਿਉਰਿਟੀ ਦੇ ਤੌਰ ਤੇ ਜਿੱਥੇ ਜੌਬ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੇ ਕਦਮ ਚੱਕੇ ਜਾਂਦੇ ਨੇ ਇੱਕ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਕਿ ਆਰਡਰ ਪਾਸ ਕੀਤਾ ਉਹਦੇ ਵਿੱਚ ਹੈਗਾ ਇਤਿਹਾਤ ਹੈ ਇੱਕ ਤਰ੍ਹਾਂ ਦੀ ਕਿ ਜਿਹੜੀ ਵੀ ਕੁੜੀਆਂ ਕੰਮ ਕਰਦੀਆਂ ਨੇ ਨਾਈਟ ਸ਼ਿਫਟ ਹੈਗੀਆਂ ਨੇ ਉਹਨਾਂ ਦੀਆਂ ਤਾਂ ਦਫ਼ਤਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਘਰ ਤੱਕ ਦੀ ਸੁਰੱਖਿਅਤ ਤੌਰ ਤੇ ਇੱਕ ਸਫ਼ਰ ਮਿਲ ਸਕੇ ਯਾਨੀ ਕਿ ਜੇ ਕੋਈ ਕੈਬ ਵਗੈਰਾ ਤਾਂ ਉਹਨਾਂ ਦੇ ਘਰ ਤੱਕ ਦੀ ਸੁਰੱਖਿਅਤ ਰਹੇ ਹੁਣ ਤੱਕ ਕਈ ਵਾਰੀ ਇਸ ਤਰ੍ਹਾਂ ਦੇ ਮਾਮਲੇ ਕਈ ਰਿਪੋਰਟ ਹੋਏ ਤੇ ਕਈ ਰਿਪੋਰਟ ਹੁੰਦੇ ਵੀ ਨਹੀਂ ਹੈਗੇ ਸ਼ਰਮ ਦੀ ਮਾਰੀ ਕੁੜੀਆਂ ਨਹੀਂ ਪੁਲਿਸ ਅੱਗੇ ਜਾਂਦੀਆਂ ਪਰ ਉਹਨਾਂ ਦੇ ਨਾਲ ਛੇੜਖਾਨੀ ਤੋਂ ਲੈ ਕੇ ਜੇ ਕਿਹਾ ਜਾਵੇ ਜ਼ਬਰਦਸਤੀ ਤੱਕ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਹਿਲਾਂ ਪਰ ਹੁਣ ਜਿਹੜੇ ਆਰਡਰ ਪਾਸ ਕਰੇ ਨੇ ਪਹਿਲਾਂ ਉਹ ਵੀ ਸਮਝ ਲਾਂਗੇ ਨਾਲ ਹੋਣਾ ਕੀ ਚਾਹੀਦਾ ਸਾਡੇ ਨਾਲ ਐਡਵੋਕੇਟ ਯੂਸ਼ੀ ਹੈਗੇ ਨੇ ਉਹਨਾਂ ਨਾਲ ਗੱਲ ਕਰ ਦਾਂਗੇ ਯੂਸ਼ੀ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਨੇ ਰਿਪੋਰਟ ਵੀ ਬਹੁਤ ਸਾਰੇ ਨਹੀਂ ਹੁੰਦੇ ਉਹ ਤਾਂ ਗੱਲ ਜਿਵੇਂ ਕਹਿੰਦੇ ਨੇ ਸਿਰ ਉੱਤੋਂ ਦੀ ਪਾਣੀ ਨਿਕਲ ਜਾਂਦਾ ਫਿਰ ਜਾ ਕੇ ਕਿਤੇ ਹੁੰਦੀਆਂ ਨੇਗੀਆਂ ਇਹ ਆਰਡਰ ਕਿੰਨੇ ਕੁ ਸਮਝਦੇ ਹੋ ਵੀ ਫਾਇਦੇਮੰਦ ਹੈਗੇ ਨੇ ਜਾਂ ਫਿਰ ਸਿਰਫ ਇੱਕ ਕਾਗਜ਼ਾਂ ਤੱਕ ਸੀਮਿਤ ਹੈਗੇ ਨੇ ਵੀ ਪ੍ਰੈਕਟੀਕਲ ਤੌਰ ਤੇ ਲਾਗੂ ਹੋਣਗੇ ਜਾਂ ਨਹੀਂ ਇਹ ਆਰਡਰ ਜਿਹੜਾ ਹੈ ਇਹਦੇ 'ਚ ਸਿੰਪਲੀ ਇੰਨੀ ਗੱਲ ਲਿਖੀ ਹੋਈ ਹੈ ਕਿ ਜਿਹੜੀ ਕੁੜੀਆਂ ਰਾਤ ਨੂੰ ਕੰਮ ਕਰ ਰਹੀਆਂ ਲੇਟ ਨਾਈਟ ਕਾਲ ਸੈਂਟਰਸ 'ਚ ਜੋ ਵੀ ਕੰਪਨੀ ਹੈ ਜਿਹਦਾ ਲੇਟ ਨਾਈਟ ਸ਼ਿਫਟ ਚੱਲ ਰਹੀ ਹੈ ਜਿੱਥੇ ਫੀਮੇਲ ਸਟਾਫ ਵੀ ਰਿਕਰੂਟਡ ਹੈ ਫੀਮੇਲ ਸਟਾਫ ਵੀ ਕੰਮ ਕਰ ਰਿਹਾ ਉਹਨਾਂ ਦਾ ਪਿਕ ਤੇ ਡ੍ਰੌਪ ਫੈਸਿਲਿਟੀ ਉਹਨਾਂ ਨੂੰ ਘਰੋਂ ਲੈਣਾ ਤੇ ਘਰ ਛੱਡਣ ਦੀ ਫੈਸਿਲਿਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਕੰਪਨੀ ਜਿਹੜੀ ਹੈ ਉਹ ਆਪਣੇ ਉੱਤੇ ਲਏਗੀ ਚਾਹੇ ਉਹ ਡਰਾਈਵਰ ਪ੍ਰੋਵਾਈਡ ਕਰਨਾ ਹੋਏ ਚਾਹੇ ਉਹ ਕੈਬ ਕਰਨਾ ਹੋਏ ਚਾਹੇ ਉਹ ਸਿਕਿਉਰਿਟੀ ਪਰਸਨਲ ਦੇਣਾ ਹੋਵੇ ਉਹਨਾਂ ਨੂੰ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਸੇਫਲੀ ਘਰੋਂ ਪਿਕ ਕਰਕੇ ਉੱਥੇ ਵਾਪਸ ਛੱਡਣ ਦੀ ਗੱਲ ਹੈ ਇਹਦੇ 'ਚ ਇਸ ਆਰਡਰ 'ਚ ਜਿਹੜਾ ਸਟ੍ਰਿਕਟਲੀ ਲਿਖਿਆ ਹੋਇਆ ਹੈ ਕਿ ਦਿਸ ਇਜ਼ ਐਨ ਆਰਡਰ ਇਹ ਇੱਕ ਹਦਾਇਤ ਇੰਸਟਰਕਸ਼ਨ ਹੈ ਇੱਕ ਆਰਡਰ ਹੈ ਜੋ ਫੋਲੋ ਕੰਪਲਸਰੀਲੀ ਕਰਨਾ ਪਏਗਾ ਕੰਪਨੀਆਂ ਨੂੰ ਆਲਦੋ ਇਹਦੇ 'ਚ ਜਿਹੜੀ ਇਨਸਟਰਕਸ਼ਨਸ ਨੇ ਉਹ ਇਸੇ ਤੱਕ ਲਿਮਿਟਡ ਨੇ ਕਿ ਡਿਟੇਲਸ ਸਾਰੇ ਬੰਦਿਆਂ ਦੀ ਹੋਣੀਆਂ ਚਾਹੀਦੀਆਂ ਚਾਹੇ ਉਹ ਡਰਾਈਵਰ ਹੋਵੇ ਚਾਹੇ ਉਹ ਸਿਕਿਉਰਿਟੀ ਪਰਸਨਲ ਹੈ ਕਿੰਨੀਆਂ ਕੁੜੀਆਂ ਟਰੈਵਲ ਕਰ ਰਹੀਆਂ ਕੈਬ 'ਚ ਉਹਨਾਂ ਨਾਲ ਕਿੰਨੇ ਮੇਲ ਪਰਸਨਸ ਟਰੈਵਲ ਕਰ ਰਹੇ ਹੈ ਤੇ ਕੌਣ ਕਿਹੜੇ ਡਿਸਟੈਂਸ ਤੇ ਉਹਨਾਂ ਨੇ ਜਾਣਾ ਹੈ ਕਿੱਥੇ ਨਹੀਂ ਜਾਣਾ ਉਹ ਸਾਰੀ ਡਿਟੇਲਸ ਜਿਹੜੀ ਹੈ ਕੰਪਨੀ ਇਕੱਠੀ ਕਰਨ ਨੂੰ ਕਹਿ ਰਹੀ ਹੈ ਤੇ ਸਭ ਤੋਂ ਪਹਿਲਾਂ ਆਈ ਥਿੰਕ ਬਹੁਤ ਸਾਰੇ ਤੁਸੀਂ ਬਿਲਕੁਲ ਠੀਕ ਕਿਹਾ ਕਿ ਬਹੁਤ ਸਾਰੇ ਤਾਂ ਇੱਦਾਂ ਦੇ ਕੇਸਿਸ ਹੁੰਦੇ ਜਿਹੜੇ ਰਿਪੋਰਟ ਵੀ ਨਹੀਂ ਹੁੰਦੇ ਲੇਕਿਨ ਐਟਲੀਸਟ ਆਪਾਂ ਇੰਨੀ ਇੱਕ ਸੁਵਿਧਾ ਦਈਏ ਕੁੜੀਆਂ ਨੂੰ ਕਿ ਉਹਨਾਂ ਨੂੰ ਰਿਪੋਰਟ ਕਰਨ ਦੀ ਜ਼ਰੂਰਤ ਹੀ ਨਾ ਪਏ ਕਿ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਕਿਸੇ ਵੀ ਸਟੇਜ ਤੇ ਰੋਕਿਆ ਜਾ ਸਕੇ ਤੇ ਪੁਲਿਸ ਜਿਹੜੀ ਉੱਥੇ ਗਸ਼ਤ ਕਰਦੀ ਹੁੰਦੀ ਹੈ ਉਹਨਾਂ ਨੂੰ ਵੀ ਕਿਹਾ ਕਿ ਜੇ ਤੁਸੀਂ ਕਿਤੇ ਤੁਹਾਨੂੰ ਲੱਗਦਾ ਕਿ ਕੋਈ ਟੈਕਸੀ ਕੋਈ ਗੱਡੀ ਅਨਨੈਸੈਸਰੀਲੀ ਖੜੀ ਹੈ ਤੁਸੀਂ ਉਹਨੂੰ ਪੁੱਛ ਸਕਦੇ ਹੋ ਤੁਸੀਂ ਉਹਨੂੰ ਕੁਝ ਕਹਿ ਸਕਦੇ ਹੋ ਉਹਦੀ ਡਿਟੇਲਸ ਲੈ ਸਕਦੇ ਹੋ ਜ਼ਿਆਦਾਤਰ ਤਾਂ ਇਹ ਵੀ ਰਿਹਾ ਸੀ ਕਿ ਜੇਕਰ ਰਾਤ ਨੂੰ ਕਿਸੇ ਨੂੰ ਨਹੀਂ ਮਿਲਦੀ ਹੈਗੀ ਕੋਈ ਲੇਡੀ ਸਟਾਫ ਦੀ ਕੋਈ ਹੈਗੀ ਆ ਕੋਈ ਕੁੜੀ ਜਾ ਰਹੀ ਆ ਤਾਂ ਆਮ ਤੌਰ 'ਤੇ ਰਾਤ ਨੂੰ ਤੁਹਾਨੂੰ ਕੋਈ ਨਾ ਕੋਈ ਵਹੀਕਲ ਮਿਲਦਾ ਜਾਂ ਆਪ ਨੂੰ ਅਨਸੇਫ ਕਰਦੇ ਹੋ ਤਾਂ ਪੁਲਿਸ ਤੋਂ ਵੀ ਹਾਲਾਂਕਿ ਪੁਲਿਸ ਨੇ ਵੀ ਕਈ ਵਾਰ ਕੁੜੀਆਂ ਛੱਡੀਆਂ ਨੇਗੀਆਂ ਘਰੇ ਕਿਉਂਕਿ ਉਹਦੇ ਵਾਸਤੇ ਆਰਡਰ ਦੀ ਨਹੀਂ ਜੇ ਕਹੀਏ ਕਿ ਇਨਸਾਨੀਅਤ ਤੌਰ 'ਤੇ ਵੀ ਕਦੇ ਜਵਾਬ ਨਹੀਂ ਦਿੱਤਾ ਪਰ ਜ਼ਿਆਦਾਤਰ ਦੇਖੀਏ ਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਪ੍ਰਾਈਵੇਟ ਕੰਪਨੀਆਂ ਦੇਖਦੀਆਂ ਕਿ ਰੂਲ ਬਹੁਤਾ ਇਹੋ ਜਿਹੇ ਜਿਵੇਂ ਕਹੀਏ ਬੋਦਰ ਨਹੀਂ ਕਰਦੇ ਹੈਗੇ ਉਹ ਆਪਣੇ ਤੌਰ 'ਤੇ ਰੂਲ ਰੈਗੂਲੇਸ਼ਨ ਚਲਾ ਕੇ ਚੱਲਦੇ ਨੇ ਇਹ ਇੱਕ ਪਹਿਲੂ ਬਣ ਸਕਦਾ ਵੀ ਆਖਰਕਾਰ ਕੱਲ੍ਹ ਨੂੰ ਜੇਕਰ ਉਹ ਨਹੀਂ ਮੰਨਦੇ ਤੇ ਕੋਈ ਕੁੜੀ ਇੰਨੀ ਕੁ ਹਿੰਮਤ ਕਰ ਲਏ ਕਿ ਇਸ ਤਰ੍ਹਾਂ ਦੀ ਕੰਪਨੀ ਪ੍ਰੋਵਾਈਡ ਨਹੀਂ ਕਰਾ ਰਹੀ ਫੈਸਿਲਿਟੀ ਜਾਂ ਨਹੀਂ ਦੇ ਰਹੀ ਹੈਗੀ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਬਿਲਕੁਲ ਇਹ ਜਿਹੜਾ ਆਰਡਰ ਹੈ ਇਹ 188 IPC ਜੇ ਤੁਸੀਂ ਇਹਦੀ ਉਲੰਘਣਾ ਕਰਦੇ ਹੋ ਤੁਹਾਡੇ ਉੱਤੇ 188 IPC ਦੀ ਲੱਗੇਗੀ ਤੇ ਤੁਹਾਨੂੰ ਸਜ਼ਾ ਹੋ ਸਕਦੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਏਗੀ ਕੰਪਨੀ ਤੇ ਜਿਹੜਾ ਓਫੈਂਡਰ ਕ੍ਰਿਮੀਨਲ ਹੈ ਉਹਦੇ ਤੇ ਤਾਂ ਅੱਡ ਹੋਏਗੀ ਓਬਵੀਅਸਲੀ ਬਟ ਅਪਾਰਟ ਫਰਮ ਦੈਟ ਜਿਹੜੀ ਕੰਪਨੀ ਜਿਹਦੀ ਰਿਸਪੌਂਸਿਬਿਲਿਟੀ ਹੈ ਇਨਸ਼ੋਰ ਕਰਨਾ ਕਿ ਕੁੜੀ ਸਹੀ ਸਲਾਮਤ ਘਰ ਤੱਕ ਪਹੁੰਚੇ
ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਦੇਖਦੇ ਹਾਂ ਕਿ ਇਹ ਜਦੋਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉਹ ਜ਼ਮੀਨੀ ਤੌਰ ਤੇ ਇੰਨੀਆਂ ਲਾਗੂ ਨਹੀਂ ਹੁੰਦੀਆਂ। ਪ੍ਰਾਈਵੇਟ ਕੰਪਨੀਆਂ ਨੇ ਉਹ ਆਪਦਾ ਫਾਇਦਾ ਦੇਖਦੀਆਂ ਨੇ, ਦੂਜੇ ਤੱਕ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਹੁਣ ਜਿਹੜੇ ਰਾਤ ਦੇ ਮਾਮਲੇ ਦੇਖਦੇ ਆਂਗੇ ਉਹਦੇ 'ਚ ਕਿੰਨਾ ਕੁ ਸਮਝਦੇ ਵੀ ਕਿਤੇ ਨਾ ਕਿਤੇ ਕੁੜੀਆਂ ਨੂੰ ਖੁਦ ਵੀ ਧਿਆਨ ਰੱਖਣਾ ਹੋਊਗਾ ਇਹ ਚੀਜ਼ਾਂ ਦਾ। ਚਲੋ ਆਰਡਰ ਉਹਨਾਂ ਨੇ ਤਾਂ ਪਾਸ ਕਰਤਾ, ਤੇ ਦੂਜੀ ਗੱਲ ਇਹਦੀ ਜਿਹੜੀ ਟਾਈਮਿੰਗ ਲਿਮਿਟ ਹੈਗੀ ਆ 3 ਮਹੀਨੇ, ਯਾਨੀ ਕਿ ਉਦੋਂ ਬਾਅਦ ਅਪਰਾਧੀ ਛੁੱਟੀ ਤੋਂ ਵਗ ਜਾਣਗੇ ਫਿਰ ਇਹਦਾ ਮਤਲਬ। ਨਹੀਂ, ਇਹ ਗੱਲ ਠੀਕ ਹੈ ਕਿ ਇਹ ਸਿਰਫ 3 ਮਹੀਨਿਆਂ ਲਈ ਆਰਡਰ ਹੈ, ਤੇ ਮੇਰਾ ਵੀ ਇਹ ਮੰਨਣਾ ਹੈ ਕਿ ਚਾਹੇ ਟ੍ਰਾਇਲ ਰਨ ਕੀਤਾ ਜਾ ਰਿਹਾ ਹੈ, ਮੈਨੂੰ ਨਹੀਂ ਪਤਾ ਕਿ 3 ਮਹੀਨਿਆਂ ਲਈ ਕਿਉਂ ਹੈ, ਸਿਰਫ ਮਾਰਚ ਤੱਕ ਹੀ ਹੈ, ਲੇਕਿਨ ਮੇਰਾ ਇਹ ਮੰਨਣਾ ਹੈ ਕਿ ਐਟਲੀਸਟ 6 ਮਹੀਨੇ ਤੱਕ ਤਾਂ ਕੋਈ ਵੀ ਆਰਡਰ ਇਹੋ ਜਿਹਾ ਲਾਗੂ ਹੋਣਾ ਚਾਹੀਦਾ ਤਾਂ ਕਿ ਆਪਾਂ ਸਮਝ ਸਕੀਏ ਕਿ ਉਹਦਾ ਸੋਸ਼ਲ ਇੰਪੈਕਟ ਹੋਇਆ ਕਿ ਨਹੀਂ ਹੋਇਆ। ਜਿਹੜਾ ਵੀ ਆਪਾਂ ਆਰਡਰ ਕੀਤਾ ਕਿਆ ਉਹਦਾ ਸਫਲਤਾ ਆਪਾਂ ਨੂੰ ਮਿਲੀ ਹੈ ਕਿ ਨਹੀਂ ਮਿਲੀ। ਤਾਂ ਕਰਕੇ ਇਹਨੂੰ ਥੋੜਾ ਐਕਸਟੈਂਡ ਕਰਨਾ ਚਾਹੀਦਾ, ਮੇਬੀ ਇਨ ਟੂ ਪਾਰਟਸ ਇਹਨੂੰ ਐਕਸਟੈਂਡ ਕਰਦੇ, ਹੁਣ ਮਾਰਚ ਤੱਕ, ਫਿਰ ਉਸ ਤੋਂ ਬਾਅਦ ਜੂਨ ਜੁਲਾਈ ਤੱਕ, ਇੱਦਾਂ ਕਰਕੇ ਇਹਨੂੰ ਇੱਕ ਨੋਰਮ ਬਣਾ ਦੇਣਾ ਚਾਹੀਦਾ ਹੈ। ਇਹਨੂੰ ਇੱਕ ਇਹੋ ਜਿਹੀ ਇਨਸਟਰਕਸ਼ਨ ਬਣਾ ਦੇਣੀ ਚਾਹੀਦੀ ਹੈ ਜੋ ਕੰਪਲਸਰੀਲੀ ਸਾਰਿਆਂ ਨੂੰ ਪੱਕੇ ਤੌਰ ਤੇ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਪੱਕੇ ਤੌਰ ਤੇ ਹੋਣਾ ਚਾਹੀਦਾ। ਇੱਕ ਚੀਜ਼ ਹੋਰ ਦੱਸੋ ਕਿ ਇਹ ਜਿਵੇਂ ਮਾਮਲਾ ਰਿਹਾ, ਜਿਵੇਂ ਹੁਣ ਆਮ ਪ੍ਰਾਈਵੇਟ ਕੈਬ ਵੀ ਚਲਾਉਂਦੇ ਨੇਗੇ ਤੇ ਉਸ ਨੂੰ ਲੈ ਕੇ ਵੀ ਇੱਕ ਲੰਬੀ ਚੌੜੀ ਇੰਸਟਰਕਸ਼ਨਾਂ ਪਹਿਲਾਂ ਆਈਆਂ ਸੀਗੀਆਂ ਕੈਬ ਨੂੰ ਲੈ ਕੇ। ਦੋਨੇ ਚੀਜ਼ਾਂ 'ਚ ਜੇ ਸਮਝਿਆ ਜਾਵੇ ਫਿਰ ਵੀ ਕਿਉਂ ਲੱਗਦਾ ਕਿ ਆਖਰਕਾਰ ਕੁੜੀਆਂ ਸੇਫ ਨਹੀਂ ਲੱਗਦੀਆਂ ਹੈਗੀਆਂ। ਉਹਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਚਾਹੇ ਜਿੰਨੇ ਮਰਜ਼ੀ ਰੂਲ ਰੈਗੂਲੇਸ਼ਨ ਬਣਾ ਲਓ, ਜਦ ਤੱਕ ਮਾਨਸਿਕਤਾ ਨਹੀਂ ਬਦਲੂਗੀ, ਜਿਹੜਾ ਬੰਦਾ ਉਹਦੀ ਜਿੰਨੀ ਮਰਜ਼ੀ ਡਿਟੇਲ ਰੱਖ ਲਓ, ਜੇ ਉਹਨੇ ਕ੍ਰਾਈਮ ਕਰਨਾ ਤਾਂ ਉਹਨੇ ਕਰਨਾ ਹੀ ਕਰਨਾ। ਇਹ ਬਿਲਕੁਲ ਠੀਕ ਗੱਲ ਹੈ, ਤੇ ਲੇਕਿਨ ਐਜ਼ ਅ ਲਾਅ ਮੇਕਰ, ਐਜ਼ ਅ ਸੁਸਾਇਟੀ, ਲਾਅ ਦੀ ਫੀਲਡ, ਲਾਅ ਫਰਟਰਨਿਟੀ ਦੇ ਨਾਲ ਜੁੜੇ ਹੋਣ ਕਰਕੇ ਆਈ ਥਿੰਕ ਸਾਨੂੰ ਸਾਰਿਆਂ ਨੂੰ ਇਹ ਲੱਗਦਾ ਕਿ ਅਸੀਂ ਕਿਵੇਂ ਹੋਰ ਬਿਹਤਰ ਕਰ ਸਕਦੇ ਹਾਂ ਹੋਰ ਕੁੜੀਆਂ ਦੇ ਅਗੇਂਸਟ ਜਿਹੜੇ ਕ੍ਰਾਈਮ ਹੋ ਰਹੇ, ਕਿਉਂਕਿ ਜਿਹੜਾ ਵੀ ਕ੍ਰਾਈਮ ਅਗੇਂਸਟ ਵੂਮਨ ਹੋ ਰਿਹਾ ਹੈ ਉਹ ਸੋਸਾਇਟੀ ਨੂੰ ਐਟ ਲਾਰਜ ਹੈਂਪਰ ਕਰ ਰਿਹਾ। ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਪਾਂ ਕਿਉਂ ਚਾਹ ਰਹੇ ਹਾਂ ਕਿ ਕੁੜੀਆਂ ਬਚਣ, ਕਿਉਂਕਿ ਨੰਬਰ 1 ਇੱਕ ਤਾਂ ਉਹਨਾਂ ਦੇ ਨਾਲ ਬਹੁਤ ਡਿਗਨਿਟੀ ਜੁੜੀ ਹੋਈ ਹੈ। ਹਰ ਕੁੜੀ ਤੇ ਇੰਨਾ ਮਤਲਬ ਤੁਸੀਂ ਜਦੋਂ ਆਪਾਂ ਕਹਿੰਦੇ ਇੱਕ ਮਾਂ ਨੂੰ, ਇੱਕ ਕੁੜੀ, ਧੀ ਭੈਣਾਂ ਸਾਰਿਆਂ ਦੀ ਬਰਾਬਰ ਹੁੰਦੀਆਂ, ਉਹਨਾਂ ਸਾਰਿਆਂ ਦੀ ਸੁਰੱਖਿਆ ਕਰਨਾ ਸਾਡੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ। ਤੇ ਜੇ ਆਪਾਂ ਉਹ ਨਹੀਂ ਕਰ ਸਕਦੇ ਦੈਨ ਵੀ ਆਰ ਫੇਲਿੰਗ ਨਾਟ ਓਨਲੀ ਐਜ਼ ਅ ਸੁਸਾਇਟੀ ਬਟ ਆਪਣੇ ਹੀ ਘਰ ਦੀ ਕੁੜੀਆਂ ਨੂੰ ਵੀ ਆਪਾਂ ਫੇਲ ਕਰ ਰਹੇ ਹਾਂ। ਜ਼ਿਆਦਾਤਰ ਇੱਕ ਚੀਜ਼ ਹੋਰ ਦੇਖਦੇ ਹਾਂ, ਆਮ ਤੌਰ ਤੇ ਸੋਸ਼ਲ ਮੀਡੀਆ ਤੇ ਕਾਲ ਰਿਕਾਰਡਿੰਗਸ ਦੇਖਦੇ ਹਾਂ, ਵੀਡੀਓਜ਼ ਦੇਖਦੇ ਆਂਗੇ ਕਿ ਕੁੜੀਆਂ ਦੇ ਨਾਲ ਮੁੰਡੇ ਗੱਲਾਂ ਬਾਤਾਂ ਕਰਕੇ ਜਾਂ ਕਈ ਵਾਰ ਸ਼ੇਅਰ ਕਰ ਦਿੰਦੇ ਨੇ। ਵੈਸੇ ਜੇ ਦੇਖਿਆ ਜਾਵੇ ਇਹ ਖੈਰ ਇਸ ਮਾਮਲੇ ਤੋਂ ਥੋੜਾ ਜਿਹਾ ਹਟਵਾਂ ਹੈ, ਇਹ ਕਿੰਨਾ ਕੁ ਜ਼ਿਆਦਾ ਜੇ ਕਿਹਾ ਜਾਵੇ ਜੇ ਕੋਈ ਕਰਦਾ ਹੈ ਤਾਂ ਕਿੱਡਾ ਕੁ ਕ੍ਰਾਈਮ ਹੈਗਾ। ਸ਼ਾਇਦ ਲੱਗਦਾ ਵੀ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਚੀਜ਼ ਦਾ ਪਤਾ ਹੀ ਨਹੀਂ ਹੋਣਾ ਕਿ ਜੇ ਅਸੀਂ ਪਾਤਾ ਤਾਂ ਉਹਦੇ ਨਾਲ ਕੀ ਹੋ ਜਾਊਗਾ। ਕਾਲ ਰਿਕਾਰਡਿੰਗਸ ਵੈਸੇ ਤਾਂ ਐਡਮਿਸਿਬਲ ਹੈ ਨਹੀਂ ਕੋਰਟ ਆਫ ਲਾਅ ਦੇ ਵਿੱਚ, ਜੇ ਤੁਸੀਂ ਐਜ਼ ਐਵੀਡੈਂਸ ਕਿਤੇ ਵੀ ਯੂਜ਼ ਕਰਨਾ ਚਾਹੁੰਦੇ ਹੋ। ਅਪਾਰਟ ਫਰੋਮ ਦੈਟ, ਕਾਲ ਰਿਕਾਰਡਿੰਗਸ ਇਟਸੈਲਫ ਵਾਇਰਲ ਕਰਨਾ ਇਜ਼ ਅ ਕ੍ਰਿਮੀਨਲ ਓਫੈਂਸ। ਆਊਟਰੇਜਿੰਗ ਦ ਮੋਡੈਸਟੀ ਆਫ ਅ ਵੂਮਨ, ਤੁਸੀਂ ਕਿਸੇ ਵੀ ਤਰੀਕੇ ਨਾਲ ਜੇ ਕੁੜੀ ਨਾਲ ਕਿਸੇ ਵੀ ਤਰ੍ਹਾਂ ਦੀ ਗਲਤ ਗੱਲ ਕਰ ਰਹੇ ਹੋ ਜਾਂ ਉਸ ਤੋਂ ਬਾਅਦ ਉਹਨੂੰ ਹਿਊਮਿਲੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਫॉर ਵਾਟਐਵਰ ਪਰਪਸ, ਚਾਹੇ ਉਹ ਕੋਈ ਸੈਕਸ਼ੂਅਲ ਫੇਵਰ ਲਈ ਹੋਵੇ, ਚਾਹੇ ਉਹ ਕਿਸੇ ਵੀ ਤਰੀਕੇ ਦੀ ਐਕਸਟੋਰਸ਼ਨ ਲਈ ਹੋਵੇ, ਤੁਸੀਂ ਉਹ ਤੋਂ ਪੈਸੇ ਲੈਣਾ ਚਾਹ ਰਹੇ ਹੋ, ਇਹਦੇ ਸਾਰੇ ਕ੍ਰਿਮੀਨਲ ਓਫੈਂਸਿਸ ਨੇ ਐਂਡ ਸਟ੍ਰਿਕਟ ਐਕਸ਼ਨ ਤੁਹਾਡੇ ਅਗੇਂਸਟ ਲਿੱਤਾ ਜਾ ਸਕਦਾ। ਪਰ ਹੁਣ ਕੁੱਲ ਮਿਲਾ ਕੇ ਦੇਖੀਏ ਤਾਂ ਕੁੜੀਆਂ ਲੱਗਦਾ ਕਿ ਜਿਵੇਂ ਹੁਣ ਪੈਨਿਕ ਬਟਨ ਵੀ ਲਾਏ ਬੱਸਾਂ ਦੇ ਵਿੱਚ, ਚਲੋ ਆਹ ਆਰਡਰ ਵੀ ਹੋ ਗਏ, ਉਦੋਂ ਬਾਅਦ 'ਚ ਦੇਖਿਆ ਜਾਵੇ ਹੋਰ ਬਹੁਤ ਤਰ੍ਹਾਂ ਦੀਆਂ ਹਦਾਇਤਾਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ, ਜਾਂ ਕਦੋਂ ਕਈ ਤਾਂ ਆਰਡਰ ਹੈਗੇ ਨੇ ਨਹੀਂ ਪੂਰੀ ਜਾਣਕਾਰੀ ਤਾਂ ਉਹਨਾਂ ਚੀਜ਼ਾਂ ਬਾਰੇ ਹੈਗੀ। ਵੈਸੇ ਵੀ ਜਿਹੜੀਆਂ ਆਮ ਤੌਰ ਤੇ ਕੁੜੀਆਂ ਰਾਤ ਨੂੰ ਕੰਮ ਕਰਦੀਆਂ ਨੇ, ਕੰਪਨੀ ਦਾ ਕਿੱਡਾ ਕੁ ਦੇਖਦੇ ਆ ਵੀ ਉਹਦੇ 'ਚ ਲਚਕੀਲਾਪਨ ਹੁੰਦਾ ਵੀ ਉਹਨਾਂ ਨੂੰ ਲੈ ਕੇ ਬਹੁਤਾ ਬੋਦਰ ਨਹੀਂ ਕਰਦੀਆਂ ਕਿ ਇਹਦੇ ਨਾਲ ਕੱਲ੍ਹ ਨੂੰ ਕੋਈ ਹਾਦਸਾ ਨਾ ਹੋ ਜਾਏ, ਅਸੀਂ ਰਾਤ ਨੂੰ ਜਾ ਰਹੀ ਹੈ, ਕੋਈ ਸ਼ਿਫਟ ਕਰ ਰਹੀ ਹੈ ਜਾਂ ਲੇਟ ਨਾਈਟ ਕੋਈ ਵੈਸੇ ਜਾ ਰਹੀ ਹੈਗੀ ਆ ਕੁੜੀ। ਵੈਸੇ ਤਾਂ ਕੰਪਨੀ ਦਾ ਇੱਕ ਸੋਸ਼ਲ ਰਿਸਪੌਂਸਿਬਿਲਿਟੀ ਵੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਇਨਸ਼ੋਰ ਕਰਨਾ ਹੈ ਕਿ ਕਿਵੇਂ ਕੁੜੀ ਸੇਫਲੀ ਪਹੁੰਚੇ, ਬਿਕੋਜ਼ ਆਫਟਰ ਆਲ ਉਹ ਤੁਹਾਡੀ ਇੱਕ EMPLOYEE ਹੈ। ਤੁਸੀਂ ਜੇ ਕਿਸੇ ਵੀ EMPLOYEE ਨੂੰ ਰੱਖ ਰਹੇ ਹੋ ਤਾਂ ਕੰਪਨੀ ਦੀ ਟੋਟੈਲਿਟੀ ਦੇ ਵਿੱਚ ਇੱਕ ਜਿਹੜੀ ਇੱਜ਼ਤ ਜੁੜੀ ਹੋਈ ਹੈ, ਐਂਡ ਜੇ ਤੁਸੀਂ ਆਪਣੇ EMPLOYEE ਸੇਫਲੀ ਘਰ ਨਹੀਂ ਪਹੁੰਚਾ ਸਕਦੇ ਦੈਨ ਉਹਦਾ ਕੋਈ ਮਤਲਬ ਨਹੀਂ ਹੈ। ਐਂਡ ਤੁਸੀਂ ਕੁੜੀਆਂ ਰੱਖ ਰਹੇ ਹੋ ਵਿਚ ਇਜ਼ ਵੈਰੀ ਗੁੱਡ, ਬਹੁਤ ਚੰਗੀ ਗੱਲ ਹੈ, ਤੇ ਕੁੜੀਆਂ ਨੂੰ ਬਰਾਬਰ ਦਾ ਹੱਕ ਦੇ ਰਹੇ ਹੋ, ਉਹ ਵੀ ਬਹੁਤ ਚੰਗੀ ਗੱਲ ਹੈ। ਜੇ ਇੱਕ ਛੋਟੀ ਜਿਹੀ ਗੱਲ ਰਹਿ ਗਈ ਕਿ ਉਹਨਾਂ ਦੀ ਸੇਫਟੀ ਦੀ, ਸੇਫਲੀ ਉਹ ਘਰ ਪਹੁੰਚ ਜਾਣ ਤੇ ਸੇਫਲੀ ਉਹਨਾਂ ਨੂੰ ਘਰੋਂ ਲਿੱਤਾ ਜਾਵੇ, ਆਈ ਥਿੰਕ ਇਹਦੇ ਵਿੱਚ ਲਚੀਲਾਪਨ ਦਿਖਾਉਣ ਦੀ ਕੋਈ ਗੱਲ ਨਹੀਂ ਹੈ। ਤੇ ਬਹੁਤ ਛੋਟੀ ਜਿਹੀ ਗੱਲ ਉਹ ਕਹਿ ਰਹੇ ਆ ਕਿ ਜੇ ਤੁਸੀਂ ਕਿਸੇ ਨੂੰ ਆਊਟਸੋਰਸ ਵੀ ਕਰ ਰਹੇ ਹੋ, ਕੋਈ ਕੈਬ ਕੰਪਨੀ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਤੁਹਾਡੇ ਤੋਂ ਕੰਮ ਲਏ, ਤੁਸੀਂ ਉਹਨਾਂ ਤੋਂ ਕੰਮ ਲੈ ਰਹੇ ਹੋ ਪਿਕ ਐਂਡ ਡ੍ਰੌਪ ਸਰਵਿਸ ਦਾ ਜਾਂ ਸਿਕਿਉਰਿਟੀ ਦਾ, ਤਾਂ ਤੁਸੀਂ ਤੁਹਾਡਾ ਐਜ਼ ਕੰਪਨੀ ਸਿਰਫ ਇੰਨਾ ਛੋਟਾ ਜਿਹਾ ਰੋਲ ਹੈ ਕਿ ਤੁਸੀਂ ਇਨਸ਼ੋਰ ਕਰਨਾ ਹੈ ਕਿ ਉਹ ਵੈਲਿਡ ਹੈ, ਉਹਨਾਂ ਦੀ ਕੀ ਡਿਟੇਲਸ ਨੇ, ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਗੈਦਰ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣੇ ਆਪ ਇੱਕ ਕੋਈ ਵੀ ਕ੍ਰਾਈਮ ਹੋਣ ਤੋਂ ਪਹਿਲਾਂ ਬਚਾ ਸਕੋ, ਰੋਕ ਸਕੋ, ਆਪਣੇ EMPLOYEE ਨੂੰ ਬਚਾ ਸਕੋ। ਇਹਦੇ 'ਚ ਇੱਕ ਬਹੁਤ ਇੰਪੋਰਟੈਂਟ ਗੱਲ ਇਹ ਵੀ ਹੈ ਕਿ ਜਿਹੜੀ ਇਹਨਾਂ ਨੇ ਇਹ ਵੀ ਲਿਖਿਆ ਹੈ ਕਿ ਜਿਹੜੀ ਵੀ ਕੁੜੀ ਜਦ ਤੱਕ ਘਰ ਦੇ ਅੰਦਰ ਨਹੀਂ ਪਹੁੰਚ ਜਾਂਦੀ
ਉਹ ਇੱਕ ਕਾਲ ਦੇਗੀ ਜਦੋਂ ਸੇਫਲੀ ਆਪਣੇ ਘਰ ਦੇ ਅੰਦਰ ਚਲੀ ਗਈ ਹੈ, ਉਹ ਆਪਣੇ EMPLOYER ਨੂੰ ਜਾਂ ਜਿਹੜਾ ਵੀ ਡੈਜ਼ਿਗਨੇਟਿਡ ਪਰਸਨ ਹੋਏਗਾ ਉਹਨੂੰ ਇੱਕ ਕਾਲ ਦੇਗੀ ਕਿ ਮੈਂ ਪਹੁੰਚ ਗਈ ਹਾਂ, ਐਂਡ ਓਨਲੀ ਉਸ ਤੋਂ ਬਾਅਦ ਹੀ ਜਿਹੜੀ ਕੈਬ ਹੈ ਉਹ ਵਾਪਸ ਜਾ ਸਕਦੀ ਹੈ। ਯਾਨੀ ਕਿ ਵੀ ਜੇ ਉੱਥੇ ਕੁਦਰਤੀ ਉਹਨੂੰ ਮੋੜ ਤੇ ਛੱਡਦਾ ਅੱਗੇ ਜਾਂਦੇ ਕੋਈ ਹਾਦਸਾ ਨਾ ਹੋ ਜਾਵੇ। ਬਿਲਕੁਲ, ਮੋੜ ਤੇ ਪਹਿਲੇ ਇਹ ਵੀ ਬਹੁਤ ਕਲੀਅਰਲੀ ਲਿਖਿਆ ਹੋਇਆ ਹੈ ਕਿ ਜੇ ਤਾਂ ਮੋੜ ਤੇ ਛੱਡਣਾ ਪੈ ਰਿਹਾ ਹੈ, ਜੇ ਉਹਦੇ ਬਿਲਕੁਲ ਘਰ ਦੇ ਸਾਹਮਣੇ ਨਹੀਂ ਛੱਡ ਪਾ ਰਹੇ ਹੋ, ਤਾਂ ਇੱਕ ਸਿਕਿਉਰਿਟੀ ਪਰਸਨਲ ਜਾਂ ਇੱਕ ਮੇਲ ਮੈਂਬਰ ਕੁੜੀ ਨੂੰ ਉਤਰ ਕੇ ਉਸ ਦੇ ਘਰ ਦੇ ਬਿਲਕੁਲ ਐਂਟਰੈਂਸ ਤੱਕ ਛੱਡ ਕੇ ਆਏਗਾ। ਉਸ ਤੋਂ ਬਿਯੋਂਡ, ਉਸ ਤੋਂ ਅੱਗੇ ਜਦ ਤੱਕ ਕੁੜੀ ਅੰਦਰ ਨਹੀਂ ਜਾਂਦੀ, ਉਹ ਫੋਨ ਕਾਲ ਕਰਕੇ ਇਨਫੋਰਮੇਸ਼ਨ ਨਹੀਂ ਦਿੰਦੀ ਕਿ ਮੈਂ ਸੇਫਲੀ ਪਹੁੰਚ ਚੁੱਕੀ ਹਾਂ ਘਰ ਦੇ ਅੰਦਰ ਆਪਣੇ, ਉਦੋਂ ਤੱਕ ਕੈਬ ਜਿਹੜੀ ਹੈ ਉਹ ਲੀਵ ਨਹੀਂ ਕਰ ਸਕਦੀ, ਉਹ ਛੱਡ ਨਹੀਂ ਸਕਦੀ। ਖੈਰ ਇਹ ਜਿਹੀਆਂ ਲੱਗਦਾ ਤਾਂ ਕਿ ਇਹ ਬਹੁਤ ਘੱਟ ਹੋਣਗੀਆਂ ਇਸ ਤਰ੍ਹਾਂ ਦੀ ਕੋਈ, ਕਿਉਂਕਿ ਪ੍ਰਾਈਵੇਟ ਕੰਪਨੀ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ ਕਿ ਪੈਸਾ ਕਿੱਥੋਂ ਬਚਾਇਆ ਜਾਵੇ। ਹੁਣ ਇੰਨੀ ਲੱਗਦਾ ਵੀ ਸੁਵਿਧਾ ਤਾਂ ਸ਼ਾਇਦ ਕੋਈ ਦਿਓ, ਪਤਾ ਨਹੀਂ ਨਾ ਦੇਊਗਾ, ਪਰ ਆਰਡਰ ਜ਼ਰੂਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਰਤੇ ਨੇ। ਪਰ ਨਾਲ ਇੱਕ ਗੱਲ ਇਹੀ ਹੈ ਕਿ ਜਦੋਂ ਤੱਕ ਖੁਦ ਦੇ ਦਿਮਾਗ ਨੂੰ ਲੈ ਕੇ ਜੇ ਕਹੀਏ ਕਿ ਕ੍ਰਿਮੀਨਲ ਨਹੀਂ ਬਦਲਦੇ, ਕਿਉਂਕਿ ਜਿਹੜੇ ਬਹੁਤ ਸਾਰੇ ਲੋਕਾਂ ਦੇ ਇਸ ਤਰ੍ਹਾਂ ਦੇ ਵੀ ਪਹਿਲਾਂ ਦੇਖਣ ਨੂੰ ਮਿਲੇ ਨੇ, ਬਾਇਓਡਾਟਾ ਉਹ ਵੀ ਸਾਰਾ ਕੁਝ ਹੁੰਦਾ, ਡਿਟੇਲ ਸਾਰੀਆਂ ਕੁਝ ਹੁੰਦੀਆਂ ਨੇ, ਉਦੋਂ ਬਾਅਦ ਦੇ ਵਿੱਚ ਵੱਡੀਆਂ ਵੱਡੀਆਂ ਕਈ ਘਿਨੌਣੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ। ਖੈਰ ਚੰਡੀਗੜ੍ਹ ਪ੍ਰਸ਼ਾਸਨ ਨੇ ਆਰਡਰ ਜਾਰੀ ਕਰੇ ਨੇ, ਦੇਖਣਾ ਤਾਂ ਹੀ ਕਿ ਆਖਰ ਇੰਨੇ ਸਮੇਂ ਦੇ ਦੌਰਾਨ ਇਹਨੂੰ ਅੱਗੇ ਟਾਈਮ ਹੋਰ ਵਧਾਉਂਦੇ ਨੇ, ਜਾਂ ਫਿਰ ਇੰਨੇ ਸਮੇਂ ਦੇ ਦੌਰਾਨ ਜੇ ਦੇਖੀਏ ਤਾਂ ਕੋਈ ਘੱਟੋ ਘੱਟ ਉਨੇ ਸਮੇਂ 'ਚ ਤਾਂ ਨਾ ਕੋਈ ਮਾਮਲਾ ਇਸ ਤਰ੍ਹਾਂ ਦਾ ਰਿਪੋਰਟ ਹੋਵੇ ਜਿਹਦੇ ਵਿੱਚ ਕਰਕੇ ਆਖਰਕਾਰ ਕੱਲ੍ਹ ਨੂੰ ਫਿਰ ਮਾਮਲੇ ਦੇ ਤਹਿਤ ਕਾਰਵਾਈ ਭਾਵੇਂ ਹੋ ਜਾਏ, ਪਰ ਕੋਈ ਕੁੜੀ ਹੈ ਜਿਹੜੀ ਉਹ ਕੋਈ ਸ਼ਿਕਾਰ ਨਾ ਹੋਵੇ। ਵੀਡੀਓ ਜਰਨਲਿਸਟ ਅਮਨ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਕਸਮੈਨ TV ਚੰਡੀਗੜ੍ਹ।